ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਤੁਹਾਡੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਅਸੀਂ ਅੱਜ ਦਾ ਕੰਮ ਸ਼ੁਰੂ ਕਰਦੇ ਹਾਂ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਤੁਹਾਡੀ ਪਾਠ ਪੁਸਤਕ ਸਾਹਿਤਕ ਕਿਰਨਾਂ ਭਾਗ 2 ਵਿੱਚੋਂ ਪਾਠ 2 ਗੁੰਮ ਨੇ ਰਸੋਈ ਵਿੱਚੋਂ, ਜੋ ਕਿ ਇੱਕ ਗਜ਼ਲ ਹੈ, ਕਰਨ ਜਾ ਰਹੇ ਹਾਂ। ਪਿਆਰੇ ਵਿਦਿਆਰਥੀਓ, ਗੁੰਮ ਨੇ ਰਸੋਈ ਵਿੱਚੋਂ ਰਚਨਾ ਕਸ਼ਮੀਰ ਨੀਰ ਦੁਆਰਾ ਰਚੀ ਇੱਕ ਗਜ਼ਲ ਹੈ। ਇਸ ਰਚਨਾ ਵਿੱਚ ਕਵੀ ਨੇ ਸਾਡੇ ਜੀਵਨ ਵਿੱਚ ਆਈ ਤਬਾਹੀ ਨੂੰ ਪ੍ਰਗਟਾਇਆ ਹੈ। ਕਵੀ ਦੱਸਦਾ ਹੈ ਕਿ ਕਿਸ ਤਰ੍ਹਾਂ ਪੱਛਮੀ ਪ੍ਰਭਾਵ ਕਾਰਨ ਸਾਡਾ ਰਹਿਣ ਸਹਿਣ, ਖਾਣਾ, ਪਹਿਰਾਵਾ ਆਦਿ ਸਭ ਕੁਝ ਬਦਲ ਗਿਆ ਹੈ। ਇਸ ਤਰ੍ਹਾਂ ਸਾਡੇ ਘਰਾਂ ਦੀ ਨੁਹਾਰ ਬਦਲ ਗਈ ਹੈ ਅਤੇ ਸਾਡੀ ਰਸੋਈ, ਜਿਹਨੂੰ ਕਿ ਅਸੀਂ ਅੱਜ ਕੱਲ੍ਹ ਕਿਚਨ ਕਹਿੰਦੇ ਹਾਂ, ਉਸ ਦਾ ਵੀ ਸਾਰਾ ਹੀ ਨੁਹਾਰ ਬਦਲ ਗਿਆ ਹੈ। ਬੱਚਿਓ, ਚਲੋ ਫਿਰ ਅਸੀਂ ਸ਼ੁਰੂ ਕਰਦੇ ਹਾਂ ਆਪਣੀ ਗਜ਼ਲ ਗੁੰਮ ਨੇ ਰਸੋਈ ਵਿੱਚੋਂ। ਗੁੰਮ ਨੇ ਰਸੋਈ ਵਿੱਚੋਂ ਚਾਟੀਆਂ ਮਧਾਨੀਆਂ, ਬਰਗਰਾਂ ਤੇ ਪੀਜ਼ਿਆਂ ਨੇ ਪੱਟੀਆਂ ਸਵਾਨੀਆਂ। ਖਾਣ ਪੀਣ ਪਹਿਰਾਵਾ ਆਪਣਾ ਗਵਾਚਿਆ, ਵਗੀਆਂ ਨੇ ਪੱਛਮੀ ਹਵਾਵਾਂ ਮਰ ਜਾਣੀਆਂ। ਬੱਚਿਓ, ਇਸ ਗਜ਼ਲ ਵਿੱਚ ਕਵੀ ਨੇ ਸਾਨੂੰ ਪੰਜਾਬੀ ਸੱਭਿਆਚਾਰ ਵਿੱਚ ਆਈ ਤਬਦੀਲੀ ਬਾਰੇ ਜਾਣਕਾਰੀ ਦਿੱਤੀ ਹੈ। ਕਵੀ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਅੱਜ ਕੱਲ੍ਹ ਸਾਡੀ ਰਸੋਈ ਵਿੱਚੋਂ ਚਾਟੀਆਂ ਅਤੇ ਮਧਾਨੀਆਂ ਗੁੰਮ ਹੀ ਹੋ ਗਈਆਂ ਹਨ, ਭਾਵ ਗਵਾਚ ਹੀ ਗਈਆਂ ਹਨ। ਅੱਜ ਕੱਲ੍ਹ ਸਵੇਰੇ ਸਵੇਰੇ ਕਿਸੇ ਵੀ ਰਸੋਈ ਵਿੱਚੋਂ ਦਹੀਂ ਰਿੜਕਣ ਲਈ ਚਾਟੀਆਂ ਵਿੱਚ ਘੁੰਮਦੀਆਂ ਮਧਾਨੀਆਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਹੁਣ ਬਰਗਰਾਂ ਅਤੇ ਪੀਜ਼ਿਆਂ ਨੇ ਸਾਡੀਆਂ ਔਰਤਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਸਾਡੀਆਂ ਔਰਤਾਂ ਨੇ ਪਰੰਪਰਾਗਤ ਖਾਣੇ ਵੱਲ ਧਿਆਨ ਦੇਣਾ ਘੱਟ ਕਰ ਦਿੱਤਾ ਹੈ। ਹੁਣ ਸਾਡਾ ਖਾਣਾ ਪੀਣਾ ਅਤੇ ਪਹਿਰਾਵਾ ਜਿਵੇਂ ਗੁਆਚ ਹੀ ਗਿਆ ਹੈ, ਕਿਉਂਕਿ ਪੱਛਮੀ ਹਵਾਵਾਂ ਭਾਵ ਪੱਛਮੀ ਦੇਸ਼ਾਂ ਦਾ ਪ੍ਰਭਾਵ ਸਾਡੇ ਉੱਪਰ ਬਹੁਤ ਛਾ ਗਿਆ ਹੈ। ਅਸੀਂ ਉਹਨਾਂ ਦੇ ਪਿੱਛੇ ਹੀ ਤੁਰ ਪਏ ਹਾਂ। ਬੱਚਿਓ, ਚਾਟੀਆਂ ਦਾ ਅਰਥ ਹੈ ਦੁੱਧ ਰਿੜਕਣ ਵਾਲਾ ਮਿੱਟੀ ਦਾ ਭਾਂਡਾ। ਮਧਾਨੀਆਂ ਭਾਵ ਦਹੀਂ ਆਦਿ ਰਿੜਕਣ ਦਾ ਸੰਦ, ਜਿਹਦੇ ਵਿੱਚ ਦਹੀਂ ਤੋਂ ਲੱਸੀ ਤਿਆਰ ਕੀਤੀ ਜਾਂਦੀ ਸੀ। ਪਟਨਾ ਧਿਆਨ ਉਖੇੜਨਾ, ਮਤਲਬ ਸਾਡਾ ਧਿਆਨ ਇੱਧਰ ਉੱਧਰ ਹੋ ਜਾਣਾ। ਸੁਆਣੀ ਔਰਤ ਅਤੇ ਪਤਨੀ ਜਾਂ ਘਰਵਾਲੀ ਨੂੰ ਕਿਹਾ ਜਾਂਦਾ ਹੈ। ਪਹਿਰਾਵਾ ਪੋਸ਼ਾਕ ਵੇਸ਼ ਜੋ ਵੀ ਅਸੀਂ ਪਹਿਨਦੇ ਹਾਂ। ਪੱਛਮੀ ਹਵਾਵਾਂ ਮਤਲਬ ਪੱਛਮੀ ਦੇਸ਼ਾਂ ਦਾ ਪ੍ਰਭਾਵ। ਬੱਚਿਓ, ਅੱਗੇ ਕਵੀ ਕਹਿ ਰਿਹਾ ਹੈ, ਏਸੀ ਕੂਲਰਾਂ ਦੇ ਹੁਣ ਹੋ ਗਏ ਮੁਹਤਾਜ ਨੇ, ਜਿਹੜੀਆਂ ਜਵਾਨਾਂ ਹਿੱਕਾਂ ਲੂਆਂ 'ਚ ਸਿਤਾਣੀਆਂ। 9-9 ਇੰਚ ਗੱਦਿਆਂ 'ਤੇ ਹੁੰਦੀਆਂ ਨਸੀਬਨਾ, ਨੀਂਦਰਾਂ 'ਚੋਂ ਦਿੰਦੀਆਂ ਸੀ ਮੰਜੀਆਂ ਅਲਾਣੀਆਂ। ਕਵੀ ਕਹਿ ਰਿਹਾ ਹੈ ਕਿ ਉਹ ਸਾਡੇ ਜਵਾਨ ਜਿਹੜੇ ਤਪਦੀ ਗਰਮ ਹਵਾ ਵਿੱਚ ਵੀ ਜੋ ਬੜੇ ਹੀ ਜੋਸ਼ ਨਾਲ ਆਪਣਾ ਕੰਮ ਕਰਦੇ ਸਨ, ਅੱਜ ਕੱਲ੍ਹ ਉਹ ਏਸੀ ਅਤੇ ਕੂਲਰਾਂ ਦੇ ਮੁਹਤਾਜ ਹੋ ਗਏ ਹਨ, ਭਾਵ ਉਹਨਾਂ ਦੇ ਅਧੀਨ ਹੋ ਗਏ ਹਨ। ਹੁਣ ਉਹਨਾਂ ਨੂੰ ਏਸੀ ਅਤੇ ਕੂਲਰਾਂ ਤੋਂ ਬਿਨਾਂ ਚੈਨ ਨਹੀਂ ਆਉਂਦਾ। 9-9 ਇੰਚ ਗੱਦਿਆਂ 'ਤੇ ਹੁੰਦੀਆਂ ਨਸੀਬਨਾ, ਨੀਂਦਰਾਂ ਜੋ ਦਿੰਦੀਆਂ ਸੀ ਮੰਜੀਆਂ ਅਲਾਣੀਆਂ। ਕਵੀ ਕਹਿ ਰਿਹਾ ਹੈ ਕਿ ਹੁਣ ਭਾਵੇਂ ਅਸੀਂ 9-9 ਇੰਚ ਦੇ ਗੱਦਿਆਂ 'ਤੇ ਵੀ ਸੋ ਜਾਈਏ, ਪਰ ਸਾਨੂੰ ਉਹ ਵਾਲੀ ਨੀਂਦ ਨਹੀਂ ਆਉਂਦੀ ਜਿਹੜੀ ਸਾਨੂੰ ਬਿਨਾਂ ਬਿਸਤਰੇ ਦੇ ਮੰਜੇ 'ਤੇ ਵੀ ਬੜੀ ਵਧੀਆ ਆ ਜਾਂਦੀ ਸੀ। ਮੰਜੀਆਂ ਲਾਣੀਆਂ ਤੋਂ ਭਾਵ ਹੈ ਬੱਚਿਓ ਕਿ ਜਿਹੜੇ ਮੰਜੇ ਵਾਣ 'ਤੇ ਬਣੇ ਹੁੰਦੇ ਹਨ ਅਤੇ ਉਹਨਾਂ ਉੱਪਰ ਕੋਈ ਬਿਸਤਰਾ, ਕੋਈ ਚਾਦਰ ਨਹੀਂ ਲਗਾਈ ਹੁੰਦੀ। ਬੱਚਿਓ, ਮੁਹਤਾਜ ਦਾ ਮਤਲਬ ਹੈ ਅਧੀਨ ਹੋਣਾ, ਲੋੜਵੰਦ, ਚਾਹਵਾਨ। ਨਸੀਬ ਨਾ ਹੋਣਾ ਮਤਲਬ ਨਾ ਮਿਲਣਾ। ਨੀਂਦਰਾਂ ਨੀਂਦ ਦਾ ਬਹੁਵਚਨ। ਅਲਾਣੀਆਂ ਬਿਨਾਂ ਵਿਛੋਣੇ ਦੇ ਵਾਣ ਦੀ ਮੰਜੀ। ਹਿੱਕਾਂ ਲੂਆਂ 'ਚ ਸਿਤਾਣੀਆਂ ਭਾਵ ਗਰਮ ਹਵਾ ਵਿੱਚ ਕੰਮ ਕਰਨਾ। ਅੱਗੇ ਦੇਖੋ ਬੱਚਿਓ, ਦੋਰੀ ਡੰਡੇ ਚੱਕੀਆਂ, ਉਖਲੀਆਂ ਤੇ ਚਰਖੇ, ਸੈਂਕੜੇ ਹੀ ਮੋਈਆਂ ਚੀਜ਼ਾਂ ਹੋ ਕੇ ਨਿਮਾਣੀਆਂ। ਖੁਰਲੀ ਤੋਂ ਵਹਿੜ ਕੇ ਬਲਦ ਕਿੱਥੋਂ ਤੁਰ ਗਏ, ਕਿੱਥੇ ਗਈਆਂ ਕਿੱਲੀਆਂ ਤੋਂ ਘੁੰਗਰੂ ਪੁਰਾਣੀਆਂ। ਬੱਚਿਓ, ਕਵੀ ਕਹਿ ਰਿਹਾ ਹੈ ਕਿ ਦੋਰੀ ਡੰਡੇ, ਚੱਕੀਆਂ, ਉਖਲੀਆਂ ਤੇ ਚਰਖੇ ਅਜਿਹੀਆਂ ਸੈਂਕੜੇ ਚੀਜ਼ਾਂ ਹਨ ਜਿਹੜੀਆਂ ਕਿ ਅਲੋਪ ਹੀ ਹੋ ਗਈਆਂ ਹਨ, ਕਿਉਂਕਿ ਇਹਨਾਂ ਦੀ ਵਰਤੋਂ ਅੱਜ ਕੱਲ੍ਹ ਕੋਈ ਵੀ ਨਹੀਂ ਕਰ ਰਿਹਾ। ਇਹਨਾਂ ਦੀ ਜਗ੍ਹਾ 'ਤੇ ਨਵੇਂ ਪ੍ਰਕਾਰ ਦੀਆਂ ਚੀਜ਼ਾਂ ਆ ਗਈਆਂ ਹਨ ਜਿਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅੱਗੇ ਕਵੀ ਕਹਿ ਰਿਹਾ ਹੈ, ਖੁਰਲੀ ਤੋਂ ਬੱਚੇ ਅਤੇ ਬਲਦ ਵੀ ਪਤਾ ਨਹੀਂ ਹੁਣ ਕਿੱਥੇ ਅਲੋਪ ਹੋ ਗਏ ਹਨ, ਕਿਉਂਕਿ ਖੁਰਲੀ ਬੱਚਿਓ ਪਤਾ ਕੀ ਹੁੰਦੀ ਹੈ? ਖੁਰਲੀ ਉਹ ਹੁੰਦੀ ਹੈ ਜਿੱਥੇ ਪਸ਼ੂ ਆਪਣਾ ਚਾਰਾ ਖਾਂਦੇ ਹਨ, ਆਪਣੇ ਪੱਠੇ ਖਾਂਦੇ ਹਨ। ਵਹਿੜਕੇ ਭਾਵ ਬੱਚੇ ਜਿਹੜੇ ਕਿ ਗਾਵਾਂ ਦੇ ਬੱਚੇ ਹੁੰਦੇ ਹਨ, ਉਹ ਵੀ ਅੱਜ ਕੱਲ੍ਹ ਕਵੀ ਕਹਿ ਰਿਹਾ ਹੈ ਕਿ ਗਾਇਬ ਹੀ ਹੋ ਗਏ ਹਨ। ਹੁਣ ਉਹ ਖੁਰਲੀ 'ਤੇ ਨਜ਼ਰ ਨਹੀਂ ਆਉਂਦੇ। ਅੱਗੇ ਦੇਖੋ ਬੱਚਿਓ, ਹੁਣ ਤਾਂ ਸਮਝ ਅਸੀਂ ਸਕਦੇ ਹਾਂ ਤਾਹੀਓਂ, ਇੰਗਲਿਸ਼ 'ਚ ਦੱਸੋ ਸਾਨੂੰ ਸਾਡੀਆਂ ਕਹਾਣੀਆਂ। ਦਿਲ ਮੋਹ ਪਿਆਰ ਆਪਣਤ ਸਾਂਝ ਛੱਡ ਕੇ, ਸਾਡੀਆਂ ਹੋ ਗਈਆਂ ਜੀਵ ਜੁਗਤਾਂ ਨਿਤਾਣੀਆਂ।
ਅੱਗੇ ਕਵੀ ਵਿਅੰਗ ਕਰਦਾ ਹੋਇਆ ਕਹਿ ਰਿਹਾ ਹੈ ਕਿ ਹੁਣ ਤਾਂ ਸਾਨੂੰ ਸਾਡੀਆਂ ਹੀ ਕਹਾਣੀਆਂ ਤਾਂ ਹੀ ਸਮਝ ਆਉਂਦੀਆਂ ਜੇਕਰ ਉਹ ਸਾਨੂੰ ਇੰਗਲਿਸ਼ ਵਿੱਚ ਭਾਵ ਅੰਗਰੇਜ਼ੀ ਭਾਸ਼ਾ ਵਿੱਚ ਸਮਝਾਈਆਂ ਜਾ ਸਕਣ। ਕਵੀ ਕਹਿ ਰਿਹਾ ਹੈ ਕਿ ਹੁਣ ਸਾਨੂੰ ਸਾਡੀ ਕੋਈ ਵੀ ਗੱਲ ਹੋਵੇ ਉਹ ਸਾਡੀ ਆਪਣੀ ਭਾਸ਼ਾ ਨਾਲੋਂ ਸਾਨੂੰ ਅੰਗਰੇਜ਼ੀ ਭਾਸ਼ਾ ਵਿੱਚ ਜ਼ਿਆਦਾ ਸਮਝ ਆਉਂਦੀ ਹੈ। ਦਿਲ ਮੋਹ ਪਿਆਰ ਅਪਨਤ ਸਾਨ ਛੱਡ ਗਏ, ਸਾਡੀਆਂ ਹੋ ਗਈਆਂ ਜਿਨ ਜੁਗਤਾਂ ਨਿਤਾਣੀਆਂ। ਅੱਗੇ ਕਵੀ ਕਹਿ ਰਿਹਾ ਹੈ ਕਿ ਸਾਡੇ ਆਪਣੇ ਹੀ ਸਾਡੇ ਨਾਲੋਂ ਦਿਲ ਮੋਹ ਪਿਆਰ ਆਪਣਾਪਨ ਅਤੇ ਸਾਂਝ ਛੱਡ ਗਏ ਹਨ। ਕਵੀ ਕਹਿੰਦਾ ਹੈ ਹੁਣ ਸਾਡੇ ਜੀਵਨ ਦੀਆਂ ਜੁਗਤਾਂ ਭਾਵ ਸਾਡੇ ਜੀਵਨ ਦਾ ਢੰਗ ਬਹੁਤ ਹੀ ਕਮਜ਼ੋਰ ਹੋ ਗਿਆ ਹੈ, ਇਸ ਵਿੱਚ ਕੋਈ ਵੀ ਤਾਕਤ ਨਹੀਂ ਰਹੀ। ਬੱਚਿਓ, ਅੱਗੇ ਕਵੀ ਕਹਿ ਰਿਹਾ ਹੈ ਨੀਰ ਪਿੱਛ ਲੱਗ ਸਭ ਹੋ ਗਏ ਅੰਗਰੇਜ਼ ਦੇ, ਆਪਣੀ ਗਵਾਈਏ ਪਛਾਣ ਪੰਜਾਂ ਪਾਣੀਆਂ। ਕਵੀ ਹੁਣ ਕੀ ਕਹਿ ਰਿਹਾ ਹੈ? ਪੰਜਾਬੀ ਸੱਭਿਆਚਾਰ ਵਿੱਚ ਆ ਰਹੀ ਤਬਦੀਲੀ ਬਾਰੇ ਦੱਸ ਰਿਹਾ ਹੈ ਕਿ ਅਸੀਂ ਸਾਰੇ ਹੀ ਹੁਣ ਅੰਗਰੇਜ਼ ਦੇ ਪਿੱਛੇ ਲੱਗ ਗਏ ਹੋਏ ਹਾਂ, ਭਾਵ ਅਸੀਂ ਉਹਨਾਂ ਦੀ ਰੀਸ ਕਰ ਰਹੇ ਹਾਂ, ਉਹਨਾਂ ਦਾ ਹੀ ਪਹਿਰਾਵਾ, ਉਹਨਾਂ ਦਾ ਹੀ ਖਾਣ ਪੀਣ, ਉਹਨਾਂ ਦਾ ਹੀ ਰਹਿਣ ਸਹਿਣ ਅਪਣਾਉਂਦੇ ਜਾ ਰਹੇ ਹਾਂ। ਕਵੀ ਕਹਿ ਰਿਹਾ ਹੈ ਕਿ ਅਸੀਂ ਪੱਛਮੀ ਸੱਭਿਆਚਾਰ ਦੀ ਇੰਨੀ ਨਕਲ ਕਰਦੇ ਹਾਂ ਕਿ ਪੰਜ ਪਾਣੀਆਂ ਦੀ ਧਰਤੀ 'ਤੇ ਰਹਿਣ ਵਾਲੇ ਲੋਕ ਭਾਵ ਅਸੀਂ ਸਾਰੇ ਪੰਜਾਬੀਆਂ ਨੇ ਆਪਣੀ ਪਛਾਣ ਹੀ ਗਵਾ ਲਈ ਹੈ। ਹੁਣ ਸਾਰੇ ਪਾਸੇ ਚਾਰੇ ਪਾਸੇ ਪੱਛਮੀ ਸੱਭਿਆਚਾਰ ਦਾ ਹੀ ਪ੍ਰਭਾਵ ਦਿਖਾਈ ਦੇ ਰਿਹਾ ਹੈ, ਜਿਸ ਕਰਕੇ ਕਵੀ ਬਹੁਤ ਹੀ ਦੁਖੀ ਹੋ ਰਿਹਾ ਹੈ, ਬਹੁਤ ਹੀ ਨਿਰਾਸ਼ ਹੋ ਰਿਹਾ ਹੈ, ਕਿਉਂਕਿ ਪੱਛਮੀ ਸੱਭਿਆਚਾਰ ਦੀ ਅੰਨ੍ਹੇਵਾਹ ਨਕਲ ਵੱਧਦੀ ਹੀ ਜਾ ਰਹੀ ਹੈ। ਪਿਆਰੇ ਵਿਦਿਆਰਥੀਓ, ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਗਜ਼ਲ ਜੋ ਕਿ ਕਸ਼ਮੀਰ ਨੀਰ ਜੀ ਦੀ ਇੱਕ ਰਚਨਾ ਹੈ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਧੰਨਵਾਦ।